ਤਖਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਅਵਤਾਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਆਪਾਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਆਪਾਂ ਕੁਝ ਕਰਮੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਨੰਦ ਦੇ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸੋਗਾਂ ਫਿਕਰਾਂ ਚਿੰਤਾਵਾਂ ਤੋਂ ਬਚ ਸਕੀਏ, ਜਮਾਂ ਦੀ ਮਾਰ ਤੋਂ ਵੀ ਬਚ ਸਕੀਏ। ਅੱਜ ਉਹ ਆਪਾਂ ਸੁਣਦੇ ਦੇਖਦੇ ਆ ਰਹੇ 84 ਲੱਖ ਗੰਦੀਆਂ ਮੰਦੀਆਂ ਨਖਿੱਧ ਜੂਨੀਆਂ, ਇਹਨਾਂ ਤੋਂ ਵੀ ਆਪਣਾ ਛੁਟਕਾਰਾ ਹੋ ਸਕੇ। ਦੇਖੋ ਗੁਰੂ ਪਿਆਰਿਓ, ਆਪਾਂ ਰੋਜ਼ ਇਸੇ ਗੱਲ ਤੇ ਵਿਚਾਰ ਕਰਦੇ ਹਾਂ ਵੀ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਫਿਕਰਾਂ ਤੇ ਚਿੰਤਾ ਵਿੱਚ ਸਾਡਾ ਜਿਹੜਾ ਜੀਵਨ ਗ੍ਰਸਿਆ ਹੋਇਆ ਹੈ, ਇਹ ਤੋਂ ਕਿਵੇਂ ਮੁਕਤ ਹੋ ਸਕਦੇ ਹਾਂ? ਤੇ ਸਪਸ਼ਟ ਗੱਲ ਪਾਤਸ਼ਾਹ ਨੇ ਕਰ ਦਿੱਤੀ ਕਿ ਜਿੰਨਾ ਚਿਰ ਇਸ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਸਾਡੇ ਕੀਤੇ ਕਰਮਾਂ ਦੀ ਮੈਲ ਲੱਗੀ ਹੋਈ ਜੋ ਹੈ ਉਹ ਉਤਰਦੀ ਨਹੀਂ, ਉਹਨਾਂ ਚਿਰ ਕਰਵੇ ਖੇਡ ਬਣਨ ਵਾਲੇ ਨਹੀਂ। ਅਸੀਂ ਲੱਖ ਉੱਪਰੋਂ ਕਹੀ ਜਾਈਏ, ਸਾਨੂੰ ਕੋਈ ਪੁੱਛੇ ਕੀ ਹਾਲ ਹੈ ਤੇ ਕਹਿ ਚੜ੍ਹਦੀ ਕਲਾ, ਚੰਗੀ ਗੱਲ ਹੈ ਕਹਿਣਾ, ਹੌਸਲਾ ਤਾਂ ਨਹੀਂ ਟੁੱਟਦਾ। ਪਰ ਚੜ੍ਹਦੀ ਕਲਾ ਤੇ ਤਾਂ ਹੋਊਗੀ ਜੇ ਰੋਗਾਂ ਸੋਗਾਂ ਤੋਂ ਬਚ ਸਕਾਂਗੇ, ਤਾਂ ਕਾੜਿਆਂ ਸਾੜਿਆਂ ਤੋਂ ਬਚ ਸਕਾਂਗੇ, ਤਾਂ ਫਿਕਰਾਂ ਤੋਂ ਬਚ ਸਕਾਂਗੇ, ਚਿੰਤਾਵਾਂ ਤੋਂ ਬਚ ਸਕਾਂਗੇ, ਤਾਂ ਚਾਰ ਸਿੱਖਿਓ ਪਾਸਿਓਂ ਤਾਂ ਅਸੀਂ ਇਹ ਸਾਡੇ ਇੱਕ ਕਿਸਮ ਦੇ ਦੁਸ਼ਮਣ ਕਹਿ ਲਈਏ। ਇਹ ਰੋਗ ਸੋਗ ਕਾੜੇ ਸਾੜੇ ਚਿੰਤਾਵਾਂ ਫਿਕਰ ਦੁਸ਼ਮਣ ਦੁੱਖ ਦਿੰਦਾ ਹੈ। ਦੁਸ਼ਮਣ ਹਰ ਤਰੀਕੇ ਦੇ ਨਾਲ ਦੁੱਖ ਦੇਣ ਦਾ ਯਤਨ ਕਰਦਾ ਬੰਦੇ ਨੂੰ। ਇਹ ਜਿਹੜੇ ਸਾਡੇ ਮਗਰ ਲੱਗੇ ਹੋਏ ਨੇ ਦੁੱਖ ਕਲੇਸ਼ ਕਾੜੇ ਸਾੜੇ ਰੋਗ ਸੋਗ ਫਿਕਰ ਚਿੰਤਾਵਾਂ ਇੰਨੀਆਂ ਕਿ ਸਾਨੂੰ ਦੁੱਖ ਨਹੀਂ ਦਿੰਦੇ, ਇਹ ਵੀ ਤਾਂ ਸਾਨੂੰ ਦੁੱਖ ਦਿੰਦੇ ਆ ਨਾ। ਤੇ ਇਹ ਸਾਡੇ ਫਿਰ ਮਿੱਤਰ ਹੋ ਕੇ ਵੈਰੀ ਹੋਏ। ਸਾਫ਼ ਜਿਹੀ ਗੱਲ ਸਪਸ਼ਟ ਹੁੰਦੀ ਕਿ ਇਹ ਸਾਡੇ ਬਹੁਤ ਵੱਡੇ ਵੈਰੀ ਹੈ। ਹੁਣ ਵੈਰੀ ਤੋਂ ਬਚਣਾ ਹੈ। ਆਪਦੇ ਕੋਲ ਸਮਰੱਥਾ ਨਹੀਂ, ਆਪਦੇ ਕੋਲ ਇੰਨਾ ਤਾਕਤ ਨਹੀਂ, ਬਲ ਬੁੱਧ ਨਹੀਂ ਕਿ ਮੈਂ ਇਹਨਾਂ ਤੋਂ ਬਚ ਸਕਾਂ। ਇਹ ਬਹੁਤ ਵੱਡੇ ਬਲਵਾਨ ਹੈ, ਇਹਨਾਂ ਤੋਂ ਬਚਣਾ ਬਹੁਤ ਔਖਾ। ਫਿਰ ਮੇਰੇ ਕੋਲ ਹੋਰ ਤਾਂ ਕੋਈ ਚਾਰਾ ਨਹੀਂ, ਮੈਨੂੰ ਕਿਸੇ ਨਾ ਕਿਸੇ ਦੀ ਸ਼ਰਨ ਵਿੱਚ ਜਾਣਾ ਪਊ।
ਭਰਾਵਾ ਮੈਨੂੰ ਖਤਰਾ ਹੈ, ਮੈਨੂੰ ਇਹ ਦੁਸ਼ਮਣ ਮਾਰ ਦੇਣਗੇ, ਮੇਰੇ ਤੋਂ ਮਤ ਕਰ ਸਕਦਾ ਹੈ। ਪਰ ਕੋਈ ਜੇ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਕਵੇ ਕਿ ਮੈਂ ਤੇਰੀ ਰਕਸ਼ਾ ਨਹੀਂ ਕਰ ਸਕਦਾ। ਹਾਂ, ਕਿ ਕਾਇਰ ਦੀ ਮੈਂ ਗੱਲ ਨਹੀਂ ਕਰਦਾ, ਡਰਪੋਕ ਦੀ ਗੱਲ ਨਹੀਂ ਕਰਦਾ, ਦਿਲ ਕਮਜ਼ੋਰ ਦਿਲ ਵਾਲੇ ਦੀ ਗੱਲ ਨਹੀਂ ਕਰਦਾ ਮੈਂ। ਉਹ ਤਾਂ ਕਹਿ ਸਕਦੇ ਨੇ ਬਈ ਮੈਂ ਤੇਰੀ ਮਤ ਨਹੀਂ ਕਰ ਸਕਦਾ, ਪਰ ਸ਼ਬਦ ਫਿਰ ਸੋਚਣਾ ਪਊਗਾ ਵੀ ਕਿਸੇ ਤਗੜੇ ਦੇ ਕੋਲ ਜਾਈਏ, ਤਾਕਤਵਰ ਦੇ ਕੋਲ ਜਾਈਏ, ਕਿਸ ਦੇ ਕੋਲ? ਦੁਨੀਆ ਤੇ ਪਿਆਰੇ ਇੱਕੋ ਹੀ ਤਾਕਤਵਰ ਹੈ, ਬਾਕੀ ਸਭ ਡਰਪੋਕ, ਸਭ ਮਤਲਬੀ ਸਵਾਰਥੀ ਨੇ ਲੋਕ। ਸਾਡੀ ਥੋੜੀ ਬਹੁਤ ਕਿਤੇ ਮਤ ਕੋਈ ਕਰੂਗਾ ਤੇ ਉਹ ਚਾਹੂਗਾ ਇਹ ਗੱਲ ਵੀ ਮੈਂ ਉਹਦੇ ਕੋਲ ਕਿਹੜਾ ਆਪਣਾ ਸਵਾਰਥ ਪੂਰਾ ਕਰਾਂ। ਕਿਸੇ ਦਾ ਸਵਾਰਥ ਪੂਰਾ ਕਰਨ ਵਾਸਤੇ ਆਪਣਾ ਸਵਾਰਥ ਪਹਿਲਾਂ ਅੱਗੇ ਰੱਖਦਾ ਹੈ। ਕੋਈ ਹੋਵੇ ਸੰਸਾਰ ਕੇਵਲ ਤੇ ਕੇਵਲ ਇੱਕ ਹੈ, ਉਹ ਹੈ ਪਿਆਰੇ ਗੁਰੂ। ਔਰ ਗੁਰਬਾਣੀ ਨੇ ਗੁਰੂ ਨੂੰ ਸੂਰਮਾ ਮੰਨਿਆ। ਸੂਰਮਾ ਤੇ ਸੂਰਮਾ ਉਹ ਹੁੰਦਾ ਜਿਹੜਾ ਕਦੇ ਕਿਸੇ ਦੇ ਅੱਗੇ ਹਾਰੇ ਨਾ, ਜਿਹੜਾ ਕਿਸੇ ਦੇ ਅੱਗੇ ਹਾਰੇ ਨਾ। ਸਭ ਉਹ ਤੋਂ ਡਰਦੇ ਹੋ। ਤੁਸੀਂ ਦੇਖਿਆ ਹੋਊਗਾ, ਸੁਣਿਆ ਹੋਊਗਾ, ਪੜ੍ਹਿਆ ਹੋਊਗਾ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਅੱਗੇ ਉਸ ਸਮੇਂ ਕੋਈ ਦੁਨੀਆ ਦੀ ਤਾਕਤ ਅੜ ਨਹੀਂ ਸਕੀ। ਚਾਹੇ ਉਹ ਸਿੱਧ ਸੀ, ਚਾਹੇ ਉਹ ਜੋਗੀ ਸੀ, ਚਾਹੇ ਉਹ ਪੀਰ ਸੀ, ਚਾਹੇ ਉਹ ਨਾਥ ਸੀ। ਆਖਰ ਉਹ ਵੀ ਤੇ ਤਾਕਤਾਂ ਦੇ ਮਾਲਕ ਸੀ ਨਾ, ਉਹ ਵੀ ਤੇ ਤਾਕਤ। ਇਹ ਸ਼ਰੀਕਾ ਪਿਆਰੋ ਸੰਸਾਰ ਤੇ ਜਿਉਂ ਸ੍ਰਿਸ਼ਟੀ ਚੱਲੀ ਸ਼ਰੀਕਾ ਚੱਲਦਾ ਆ, ਬਾਪ ਕਾੜਾ ਸਾੜਾ ਚੱਲਦਾ ਆਇਆ। ਆਪਣੇ ਤੋਂ ਚਾਹੇ ਉਹ ਧਾਰਮਿਕ ਲੈਣ ਵਿੱਚ ਸੀ ਤੇ ਚਾਹੇ ਉਹ ਸੰਸਾਰੀ ਤੌਰ ਤੇ ਸੀ ਬੰਦਾ, ਆਪਣੇ ਤੋਂ ਅੱਗੇ ਕਿਸੇ ਨੂੰ ਲੰਘਿਆ ਹੋਇਆ ਨਹੀਂ ਦੇਖਣਾ ਚਾਹੁੰਦਾ, ਆਪਣੇ ਤੋਂ ਕਿਸੇ ਨੂੰ ਅੱਗੇ ਨਹੀਂ ਦੇਖਣਾ ਚਾਹੁੰਦਾ। ਉਹ ਚਾਹੁੰਦਾ ਕਿ ਇਹ ਸਾਰੀ ਦੁਨੀਆ ਮੇਰੇ ਪਿੱਛੇ ਤੁਰੇ। ਉਹ ਕਿਸੇ ਦਾ ਹੁਕਮ ਮੰਨਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਕਿ ਮੇਰਾ ਹੁਕਮ ਮੰਨੇ ਸਾਰਾ ਸੰਸਾਰ। ਤੇ ਤੁਸੀਂ ਸ਼ਾਇਦ ਬਹੁਤ ਇਤਿਹਾਸ ਪੜ੍ਹਿਆ ਹੋ ਧੰਨ ਗੁਰੂ ਨਾਨਕ ਸਾਹਿਬ ਦਾ, ਕਿ ਉਹਨਾਂ ਦੇ ਨਾਲ ਮੌਕੇ ਦੇ ਸਭ ਧਾਰਮਿਕ ਬੰਦੇ ਵੀ ਅੜੇ, ਸੰਸਾਰਿਕ ਬੰਦੇ ਵੀ ਅੜੇ, ਧਾਰਮਿਕ ਬੰਦੇ ਵੀ ਅੜੇ। ਮੌਕੇ ਦਾ ਜਿਹੜੀ ਸਤਾ ਸੀ, ਏਦਾਂ ਕਹਿ ਲਈ ਕਿ ਬਾਬਰ ਜਿਹਨੂੰ ਲੋਕਾਂ ਨੇ ਜ਼ਾਲਮ ਕਿਹਾ, ਬਾਬਰ ਨੂੰ ਲੋਕਾਂ ਨੇ ਜ਼ਾਲਮ ਕਿਹਾ, ਗੁਰਦਾਸ ਸਾਹਿਬ ਨੇ ਨਹੀਂ ਜ਼ਾਲਮ ਕਿਹਾ। ਇਹ ਤਾਂ ਸਾਡੇ ਕਹਿ ਦਿੰਦੇ ਆ ਕਥਾਵਾਚਕ ਵੀ ਬਾਬਰ ਜ਼ਾਲਮ। ਬਾਬਰ ਨੂੰ ਜ਼ਾਲਮ ਨਹੀਂ ਕਿਹਾ ਉਹਨਾਂ ਨੇ। ਹਾਂ, ਉਹਦੇ ਔਗਣ ਜਿਹੜੇ ਸੀ ਉਹ ਰੱਬ ਦੇ ਅੱਗੇ ਉਹਨਾਂ ਰੱਖੇ। ਜਿਹੜੇ ਉਹਦੇ ਔਗਣ ਸੀ ਨਾ, ਉਹ ਰੱਬ ਦੇ ਅੱਗੇ ਰੱਖੇ ਵੀ ਹੇ ਰੱਬਾ, ਇਸ ਸ਼ਬਦ ਸੰਭਾਲੇ ਰਾਜੇ ਦੇ ਆਹ ਔਗਣ ਨੇ ਕਿ ਇੰਨੀ ਦੁਨੀਆ ਮਾਰਦਾ ਏ, ਇੰਨਾ ਦੁਨੀਆ ਨੂੰ ਦੁਖੀ ਕਰਦਾ ਏ ਕਿ ਤੈਨੂੰ ਤਰਸ ਨਹੀਂ ਆਉਂਦਾ। ਉਹਦੀ ਪੁਕਾਰ ਰੱਬ ਦੇ ਅੱਗੇ ਤੇ ਜ਼ਰੂਰ ਕੀਤੀ, ਸਮਝਾਇਆ ਵੀ ਉਹਨੂੰ
ਕੱਲਾ ਸਮਝਾਇਆ ਨਹੀਂ ਪਿਆਰਿਓ, ਉਸ ਜ਼ੁਲਮੀ ਰਾਜੇ ਦੇ ਰਾਜਾ ਧੰਨ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕ ਗਿਆ। ਹੁਕਮ ਮੰਨਣ ਲੱਗ ਗਿਆ। ਤੇ ਜੇ ਧਾਰਮਿਕ ਪਾਸੇ ਗਏ ਤੇ ਜਿਹੜੇ ਬੜੇ ਬੜੇ ਜੋਗੀ ਆਪਣੇ ਆਪ ਨੂੰ ਰਿਧੀਆਂ ਸਿੱਧੀਆਂ ਦੇ ਮਾਲਕ ਹੋਣ ਵਾਲੇ ਸੀਗੇ, ਸਿੱਧ ਜਤੀ ਪੀਰ, ਸਾਰੇ ਝੁਕੇ। ਤੁਸੀਂ ਬਗਦਾਦ ਦਾ ਸ਼ਾਇਦ ਹਾਲ ਸੁਣਿਆ ਹੋਊਗਾ, ਪੜ੍ਹਿਆ ਹੋਊਗਾ। ਦਸਤਗੀਰ ਨੇ ਆਪਣੇ ਮਰੀਜ਼ਾਂ ਨੂੰ ਨਾਲ ਲਿਆ, ਹੋਰ ਦੁਨੀਆ ਨੂੰ ਨਾਲ, ਨੌਜਵਾਨ ਮੁੰਡਿਆਂ ਨੂੰ ਨਾਲ ਲਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਰਾਗ ਉਚਾਰਦੇ ਸੀ, ਰੱਬੀ ਗੀਤ ਉਚਾਰਦੇ ਸੀ ਰਾਗਾਂ ਰਾਹੀਂ। ਬਗਦਾਦ ਵਿੱਚ ਜਿਹੜਾ ਰਾਗ ਸੀ, ਸੰਗੀਤ ਸੀ, ਉਹ ਬੰਦ ਸੀਗਾ। ਤੇ ਦਸਤਗੀਰ ਨੇ ਹੁਕਮ ਕਰਤਾ ਆਪਣੇ ਮਰੀਜ਼ਾਂ ਤੇ ਹੋਰ ਲੋਕਾਂ ਨੂੰ ਵੀ ਇਹਨੂੰ ਸੰਗ ਮਾਰ ਕਰੋ। ਸੰਗ ਕਹਿੰਦੇ ਪੈਰੋਂ ਪੱਥਰ ਦੋ, ਮਾਰ ਕਹਿੰਦੇ ਮਾਰ ਦੋ, ਪੱਥਰ ਰੋੜੇ ਮਾਰ ਕੇ ਮਾਰ ਦੋ। ਆਪਣੀ ਕਰਾਮਾਤ ਦਿਖਾਉਣ ਲੱਗਾ। ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਜਦੋਂ ਹੱਥਾਂ 'ਚ ਰੋੜੇ ਲਏ ਹੋਏ, ਪੱਥਰ ਲਏ ਹੋਏ, ਜਿਉਂ ਹੀ ਮਾਰਨ ਵਾਸਤੇ ਬਾਹਾਂ ਉੱਪਰ ਨੂੰ ਕੀਤੀਆਂ, ਕਿਉਂਕਿ ਉੱਪਰ ਬਾਹਾਂ ਕਰਕੇ ਮਾਰਿਆ ਜਾਂਦਾ ਨਾ, ਰੋੜੇ ਮਾਰੇ ਜਾਂਦੇ ਆ। ਸਾਡੀ ਜੀ ਗੱਲ ਤਾਂ ਪਤਾ ਹੀ ਆਪਾਂ ਨੂੰ। ਹੱਥ ਉੱਥੇ ਦੇ ਉੱਥੇ ਰੋਕ ਗਏ, ਆਖਰ ਦੇਵਣਾ ਪਿਆ। ਸੁਮੇਰ ਪਰਬਤ ਦੀ ਆਪਾਂ ਥੋੜੀ ਜਿਹੀ ਗੱਲ ਕਰਦੀ। ਬਹੁਤ ਕਰਾਮਾਤਾਂ ਦੇ ਮਾਲਕ ਨਾਥ ਜੋਗੀ ਸਿੱਧ, ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਨਿਭਾਉਣ ਦਾ ਪੂਰਾ ਯਤਨ ਕਰਦੇ, ਪੂਰਾ ਯਤਨ ਕਰਦੇ ਵੀ ਆਪਣੀਆਂ ਐਡੀਆਂ ਵੱਡੀਆਂ ਉਮਰਾਂ, ਇੰਨੀ ਨਹੀਂ ਆਪਣੀ ਤਪੱਸਿਆ, ਇੰਨੀਆਂ ਆਪਣੇ ਕੋ ਕਰਾਮਾਤਾਂ। ਇਹ ਛੋਟਾ ਜਿਹਾ ਮੁੰਡਾ, ਕਿਉਂਕਿ ਉਹਨਾਂ ਦੀਆਂ ਉਮਰਾਂ ਬਹੁਤ ਲੰਬੀਆਂ ਸੀ, ਏਦਾਂ ਕਹਿ ਲਈ ਕਿ ਉਹਨਾਂ ਦੇ ਅੱਖਾਂ ਦੇ ਭਰਵੱਟੇ ਦਾੜੀ ਦੇ ਨਾਲ ਮਿਲੇ ਹੋਏ। ਦੇਖਣਾ ਤੇ ਭਰਵੱਟੇ ਚੁੱਕ ਕੇ, ਅੱਖਾਂ ਦੇ ਵਾਲ ਉੱਪਰ ਚੁੱਕ ਕੇ ਫੇਰ ਦੇਖਣਾ ਪਾਸੇ ਕਰਕੇ। ਇੰਨੀਆਂ ਵੱਡੀਆਂ ਉਮਰਾਂ ਤੇ ਇੰਨੀਆਂ ਕਰਾਮਾਤਾਂ ਦੇ ਜਿਹੜੇ ਮਾਲਕ ਸੀਗੇ ਵੀ ਆਪਣੇ ਅੱਗੇ ਤੇ ਕੱਲ ਦਾ ਜਵਾਬ ਹੈ, ਕਿਉਂਕਿ ਛੋਟੀ ਉਮਰ ਦੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਹੁਣ ਜਿੱਥੇ ਸੈਂਕੜੇ ਸਾਲਾਂ ਦੇ ਆਦਮੀ ਹੋਣ, ਉੱਥੇ 30-35 ਸਾਲ ਦਾ ਕਿੰਨਾ ਕੁ, ਉਦਾਂ ਉਹਨਾਂ ਦੇ ਪਰ ਦਾ ਜਵਾਬ ਕੀ ਹੈ ਵੀ ਇਹਦੇ ਵਿੱਚ ਇੰਨੀਆਂ ਸ਼ਕਤੀਆਂ ਨੇ, ਆਪਣੇ ਤੋਂ ਨਿਭ ਨਹੀਂ ਰਿਹਾ। ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੂੰ ਆਪਾਂ ਨਿਭਾ ਕੇ ਆਪਣੇ ਵਸ ਵਿੱਚ ਕਰ ਲਈਏ। ਤੇ ਵਸ ਤੇ ਦੋ ਤਰੀਕੇ ਨਾਲ, ਤਿੰਨਾਂ ਤਰੀਕਿਆਂ ਨਾਲ ਹੁੰਦਾ। ਪਹਿਲੋਂ ਜਿੱਦਾਂ ਜ਼ੋਰ ਨਾਲ ਕਰਨਾ ਚਾਹਿਆ ਤੇ ਦਸਤਗੀਰ ਨੇ ਕੀਤਾ, ਨਹੀਂ ਕਰ ਸਕਦਾ ਜ਼ੋਰ ਨਾਲ। ਇਹਨਾਂ ਨੇ ਸੋਚਿਆ ਵੀ ਗ੍ਰਸਤੀ ਆਦਮੀ ਆ, ਧੰਨ ਗੁਰੂ ਨਾਨਕ ਸਾਹਿਬ ਗ੍ਰਸਤੀ ਆਦਮੀ ਹੈ, ਤੇ ਗ੍ਰਸਤੀ ਨੂੰ ਮਾਇਆ ਬੜੀ ਚੰਗੀ ਹੁੰਦੀ ਹੈ, ਮਾਇਆ ਬਹੁਤ ਪਿਆਰੀ ਹੁੰਦੀ ਹੈ, ਕਿਉਂਕਿ ਗ੍ਰਸਤੀ ਦਾ ਮਾਇਆ ਤੋਂ ਬਗੈਰ ਕੰਮ ਚੱਲਦਾ ਹੀ ਨਹੀਂ। ਇਹਨੂੰ ਮਾਇਆ 'ਚ ਆਪਾਂ ਨਿਭਾ ਲਈਏ, ਮਾਇਆ 'ਚ ਉਲਝਾ ਲੈਂਦੇ। ਤੇ ਸਵੇਰ ਪਰਬਤ ਤੇ ਇਕੱਠੇ ਹੋਏ ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਬਾਲਾ ਕਹਿੰਦੇ ਸੀ, ਬਾਲਕ ਬਾਲਾ, ਅਸੀਂ ਬਜ਼ੁਰਗ ਹਾਂ, ਸਾਡੀ ਕੋਈ ਸੇਵਾ ਕਰ।
ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਪਤਾ ਕੀ ਜਵਾਬ ਦਿੱਤਾ ਸੀ? ਉਹ ਕਹਿੰਦਾ ਮੈਂ ਤਾਂ ਕਰਦਾ ਹੀ ਗੁਰਮੁਖਾਂ ਦੀ ਸੇਵਾ ਹੈ। ਦੇਖੋ, ਦੀਨ ਦੁਨੀਆ ਦੇ ਮਾਲਕ, ਸਾਖਸ਼ਾਤ ਨਿਰੰਕਾਰ ਦਾ ਰੂਪ, ਉਹਨਾਂ ਨੂੰ ਮਾੜਾ ਨਹੀਂ ਕਿਹਾ। ਕਹਿ ਲਗਾ ਤੁਹਾਡੇ ਗੁਰਮੁਖਾਂ ਵਰਗੀ ਸੇਵਾ ਕਰਨ ਤੇ ਮੈਂ ਆਇਆ, ਹੁਕਮ ਕਰੋ। ਕਹਿਣ ਲੱਗੇ ਆ ਲੈ ਕਮੰਡਲ, ਕਿਉਂਕਿ ਜੋਗੀਆਂ ਦੇ ਕੋਲ ਆਮ ਕਮੰਡਲ ਹੁੰਦਾ, ਸਿੱਧਾਂ ਦੇ ਕੋਲ ਆਮ ਸਾਧੂ, ਹਰ ਸਾਧੂ ਦੇ ਕੋਲ ਹੁੰਦਾ ਸੀ। ਮੁੱਖ ਦੀ ਗੱਲ ਕਰੀਏ ਆਪਾਂ, ਕਮੰਡਲ ਚਿੱਪੀ ਵਗੈਰਾ ਕਮੰਡਲ ਦਿੱਤਾ ਵੀ ਜਾਓ, ਨਦੀ ਵਗਦੀ ਹੈ ਤੋਂ ਪਾਣੀ ਦਾ ਭਰ ਕੇ ਲਿਆ। ਆ ਕਮੰਡਲ ਪਾਣੀ ਦਾ ਭਰ ਕੇ ਲਿਆ। ਹੁਣ ਆਪਣੀਆਂ ਕਰਾਮਾਤਾਂ, ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਕੌਤਕ ਕਰਨ ਲੱਗੇ। ਨਾਥ ਗੁਰੂ ਨਾਨਕ ਸਾਹਿਬ ਨੂੰ ਗੜਵਾ ਦੇ ਕੇ, ਕਮੰਡਲ ਦੇ ਕੇ ਪਾਣੀ ਵਾਸਤੇ ਭੇਜਤਾ। ਤੇ ਜਦੋਂ ਨਾਨਕ ਸਾਹਿਬ ਜੀ ਉੱਥੇ ਗਏ ਨਾ ਨਦੀ ਦੇ ਉੱਤੇ, ਤਾਂ ਉੱਥੇ ਹੀਰੇ ਮੋਤੀ ਜਵਾਹਰਾਤ ਸੋਨਾ ਭਰਿਆ ਪਿਆ, ਨਦੀ ਭਰੀ ਪਈ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪਾਣੀ ਦਿੱਤੇ ਹੈ, ਖਾਲੀ ਆ। ਕਹਿੰਦੇ ਬਾਲਾ ਪਾਣੀ ਨਹੀਂ ਲਿਆ। ਕਹਿੰਦੇ ਤੂੰ ਪਾਣੀ ਵਾਸਤੇ ਕਿਹਾ, ਪਾਣੀ ਉੱਥੇ ਹੈ ਨਹੀਂ ਸੀ, ਧੁੰਦਾ ਪਾਣੀ ਤੇ ਮੈਂ ਲੈ ਆਉਂਦਾ। ਕਿਉਂਕਿ ਉਹਨਾਂ ਦੇ ਮਾਇਆ ਖੇਡ ਵਰਤਾਈ ਸੀ ਨਾ ਆਪਣੇ ਲੀਲੇ ਸਿੱਧੀਆਂ ਨਾਲ, ਕਿ ਮਾਇਆ ਦੇ ਪਿੱਛੇ ਲੱਗ ਜਾਊ, ਮਾਇਆ ਨੂੰ ਮੋਹ ਲੂਗੀ, ਚੁੱਕ ਕੇ ਘਰ ਨੂੰ ਭੱਜ ਜਾਊਗਾ। ਉਹ ਕੀ ਜਾਣਦੇ ਕਿ ਮਾਇਆ ਦੀ ਦਾਸੀ ਹੈ? ਇੰਨਾ ਨਹੀਂ ਸੀ ਪਤਾ ਕਿ ਇਹ ਮਾਇਆ ਦੀ ਦਾਸੀ ਹੈ, ਚਰਨਾਂ ਦੀ। ਮਾਇਆ ਤੇ ਮਗਰ ਫਿਰਦੀ ਹੈ। ਕਿੰਨਾ ਕੁ ਮਗਰ, ਇਤਿਹਾਸ ਕਹਿੰਦੇ 30 ਕੋਹ ਪਿੱਛੇ ਰਹਿੰਦੀ ਸੀ, ਰਹਿੰਦੀ ਮਗਰ ਤੇ 30 ਕੋਹ ਪਿੱਛੇ ਰਹਿੰਦੀ ਸੀ। ਦੂਸਰੇ ਗੁਰੂ ਦੇ ਸਮੇਂ 15 ਕਿਲੋਮੀਟਰ ਲਾਗੇ ਆ, 15 ਕੋਹ ਲਾਗੇ ਆ। ਤੀਸਰੇ ਪਾਤਸ਼ਾਹ ਦੇ ਟਾਈਮ ਤੇ ਇਹੋ ਹੀ ਮਾਇਆ ਉਹਦੇ ਦਰ ਤੱਕ ਪਹੁੰਚ ਗਈ, ਦਰਵਾਜ਼ੇ ਤੱਕ ਪਹੁੰਚ ਗਈ। ਅੰਦਰ ਆਉਣ ਦਾ ਫਿਰ ਹੁਕਮ ਨਹੀਂ ਹੋਇਆ। ਜਿਹਦੀ ਮਾਇਆ ਦਾਸੀ ਕਾਰ ਕਰਨ ਵਾਲੀ ਹੋਵੇ, ਕੰਮ ਕਰਨ ਵਾਲੀ ਹੋਵੇ, ਉਹਨੂੰ ਮਾਇਆ ਦਾ ਕੌਣ ਨਿਭਾ ਸਕਦਾ ਬੰਦਾ? ਕਹਿੰਦੇ ਉੱਥੇ ਹੋਰ ਕੀ ਸੀ? ਜੇ ਪਾਣੀ ਨਹੀਂ ਸੀ ਉੱਥੇ ਤੇ ਹੋਰ ਕੀ ਸੀ ਉੱਥੇ? ਤੇ ਪਤਾ ਗੁਰੂ ਨਾਨਕ ਸਾਹਿਬ ਨੇ ਕਹਿੰਦਾ ਮੈਂ ਹੋਰ ਤੋਂ ਕੀ ਲੈਣਾ ਸੀ? ਉਹਦੇ ਵਿੱਚ ਕੁਝ ਵੀ ਹੋਵੇ, ਮੈਂ ਉਹ ਤੋਂ ਕੀ ਲੈਣਾ ਸੀ? ਤੁਸੀਂ ਪਾਣੀ ਵਾਸਤੇ ਭੇਜਿਆ ਸੀ, ਪਾਣੀ ਉੱਥੇ ਹੈ ਨਹੀਂ ਸੀ। ਫਿਰ ਪੁੱਛਿਆ ਵੀ ਹੋਰ ਕੀ ਸੀ? ਉਹ ਕਹਿੰਦਾ ਮੈਂ ਤੁਹਾਨੂੰ ਕਹਿ ਦਿੱਤਾ ਵੀ ਹੋਰ ਭਾਵੇਂ ਕੁਝ ਹੋਵੇ, ਮੈਂ ਹੋਰ ਤੋਂ ਕੀ ਲੈਣਾ? ਭਾਵੇਂ ਕਹੂਗਾ ਵੀ ਮਾਇਆ ਸੀ, ਹੀਰੇ ਜਵਾਹਰਾਤ ਸੀ, ਸੋਨਾ ਸੀ, ਇਹ ਗੱਲ ਕਹੂਗਾ। ਅਸੀਂ ਕਹਿੰਦੇ ਤੂੰ ਲੈ ਕੇ ਚਲੇ ਜਾਂਦਾ, ਜਾਂ ਆਪ ਹੀ ਲੈ ਕੇ ਭੱਜ ਜਾਂਦਾ ਪਾਣੀ ਦੇ ਆਉਂਦੇ ਥਾਂ ਤੇ। ਅਨੇਕ ਯਤਨ ਕੀਤੇ ਧਾਰਮਿਕ ਮੌਕੇ ਦੇ ਲੋਕਾਂ ਨੇ ਵੀ ਕਿਸੇ ਤਰੀਕੇ ਦਾ ਧੰਨ ਗੁਰੂ ਨਾਨਕ ਸਾਹਿਬ ਸਾਡੇ ਵਾਸ ਹੋਵੇ। ਪਰ ਪਾਸ਼ਾ ਕਹਿੰਦੇ ਗਰੀਬੀ ਗਦਾ ਮਾਰੀ, ਜਿੱਦਾਂ ਭੀਮ ਸੈਨ ਦੀ ਕਥਾ ਮਸ਼ਹੂਰ ਹੈ ਨਾ, ਦੁਆਪਰ ਦਾ ਪਾਂਡਵਾਂ ਦਾ ਭਰਾ ਭੀਮ ਸੈਨ, ਦੁਨੀਆ ਵਿੱਚ ਉਹਦੀ ਗਦਾ ਮਸ਼ਹੂਰ ਹੈ। ਆ ਜਿਹੜੀ ਤੁਸੀਂ ਹਨੂੰਮਾਨ ਦੇ ਹੱਥ ਵਿੱਚ ਦੇਖੀ ਹੋਊਗੀ ਕਦੇ, ਗੋਲ ਜੀ ਮੋਟੇ ਜਿਹੇ ਸਿਰ ਵਾਲੀ, ਇਹਨੂੰ ਪਤਾ ਕਹਿੰਦੇ ਨਾ। ਉਸ ਗਦਾ ਦਾ ਧਨੀ ਸੀਗਾ, ਉਹਨੇ ਆਪਣੀ ਉਸ ਗਦਾ ਦੇ ਨਾਲ ਕਿਸੇ ਨੂੰ ਅੱਗੇ ਟਿਕਣ ਨਹੀਂ ਦਿੱਤਾ, ਜਿੱਦਣ ਨਹੀਂ ਦਿੱਤਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਕੋਲ ਜਿਹੜੀ ਗਦਾ ਹੈ ਨਾ, ਗਰੀਬੀ ਦੀ ਗਦਾ, ਨਿਮਰਤਾ ਦੀ ਗਦਾ।
इस गदा ਨਾਲ बड़े बड़े चाहे वो संसारी से वो भी नहीं टिक सके। राजे महाराज भाग का करिए चाहे धार्मिक सी सिद्ध पीर जति जोगी कोई नहीं अज तक टिक सके। क्यों? ये गदा जी मेरे को गदा है ही बहुत बड़ी है। गरीबी, हूँ गरीबी की थोड़ी जी गल करनी है। धन दौलत पक्षों गरीब नहीं सी धन गुरु नानक साहब महाराज। उस टाइम भी उन्होंने को बहुत बड़ी जमीन जायदाद के मालक सीगे। धन गुरदास उन्होंने का पिता जरा जी 70 पिंडा का पटवारी सी। 70 पिंडा का पटवारी, आपकी खुद की जमीन बहुत सी, धन दौलत वाला सी। उन्होंने को कहते गरीबी सी निम्रता दी। ते निम्रता एडी बड़ी कि आप किलो किलो पैमाना मान लिया किलो का। 3 पा गरीबी धन गुरु नानक साहब के कोल, 1 पा रह गई सी केवल रब दे कोल। रब ने इन्ना कुछ दे के तोड़ा सी, अपना साक्षात रूप दे के तोड़ा। आप गल कर रहे हैं पहलो बचिया जाऊगा पूरे गुरु दे राही। ये परम भुलेखे ये सब मिटाऊगा गुरु। जन्म जन्मांतरां की लगी हुई मैल भी मिटाऊगा गुरु। पर जे गुरु दे सी हो जावांगे तो जे गुरु दे असी हो जावांगे तो फिर गुरु की करूँगा परमेश्वर दिता बन्ना दुख रोग का डेरा पन्ना। जदों गुरु साडे वाल हो गया ना, जिस रस्ते राही दुख कलेश काड़ा चिंता काड़ा साड़ा चिंता फिक्र आउंदे ने दुश्मन बंदे नूं मारन वास्ते, पातशाह दे उत्ते राह बंद कर दिंदा। पूरा गुरु राह ही बंद कर दिंदा। ते फिर आनंद करे नर नारी। हुण भगती वास्ते कोई ये नहीं भी जनानी नहीं कर सकते, बंदा नहीं कर सकता, बंदा नहीं कर सकता, जनानी नहीं कर सकती। हाँ ये गल सारे धर्मां विच सी पहला, धन गुरु नानक साहब तो आउण तो पहला बई जनानी अपवित्र है, ये भजन बंदगी नहीं कर सकती। धन गुरु नानक साहब ने सो क्यों मंदा आके जित जमे राजा। कहते उन्होंने मंदा क्यों कहते जिस जनानी को अपवित्र क्यों मानते जे। तो दाता पैदा होंदा है, इतों सूरमा पैदा होंदा है, इतों भगत पैदा होंदा है। इनू माड़ा कह रहे ये भी नाम जपूगी, ये भी दुखा कलेशा काड़िया साड़े तो बच जाओगी, दुश्मना तो बच जाओगे। आनंद करे नर नारी, रब का नाम नारी लवे, नर लवे, बंदा लवे, जनानी लवे, रब का नाम पातशाह दे खुली छुट्टी आ। जेड़ा नाम लो वो ही सुखी हो, वो ही आनंद बनो। तो समा हो गया, पातशाह कृपा करे। जिन्हें के विचार पातशाह ने बख्श की है, आपने को विचार की है। राजे जनक वाला तो अष्टावक्र जी वाला विषय विचे थोड़ा रह गया। कल जो अपने पातशाह कृपा करेंगे वो जी आप कल विचार कर लेंगे। आओ आप सगुणां दे चरणा में सुख शांति की अरदास, पिंड के सुख शांति की भले की अरदास करिए। वाहिगुरू जी का खालसा, वाहिगुरू जी की